नाम असमतुल्ला बाजू है। मैं आर्मी रिटायर हाँ। तकरीबन सर कोई 8-7 साल तो ਇਹ ਕਾਰੋਬਾਰ ਕਰਨਾ। ਇਸ ਕਾਰੋਬਾਰ ਨੂੰ ਸਰ ਅੱਛਾ ਪਾਇਆ, ਲੇਕਿਨ ਇਹਦੀ ਵੰਡ ਕਰਨੀ ਪੈਂਦੀ ਹੈ ਸਰ। ਘੱਟ ਤੋਂ ਘੱਟ ਤਕਰੀਬਨ 6-7 ਮੱਝਾਂ ਤੋਂ ਕੰਮ ਸਟਾਰਟ ਕਰੇ। ਮੈਂ ਸਟਾਲਾ ਟਾਈਮ ਨਾਲ ਸੁਪਰੀ ਲਾਈ ਹੋਈ ਸੀ ਤੇ ਮੈਂ ਟਾਈਮ ਦੇ ਨਾਲ ਵੱਢ ਕੇ ਤੇ ਸਟਾਲਾ ਬੀਜ ਲਿਆ ਸੀ। ਮੇਰਾ ਸਟਾਲਾ ਹੋ ਗਿਆ ਟਾਈਮ ਨਾਲ ਤੇ ਲੋਕੀ ਚੋਖਰ ਦੇ ਵੰਡਾ ਪਾਉਂਦੇ ਨੇ ਤੇ ਮੈਂ ਜ਼ਿਆਦਾ ਸਟਾਲੇ ਨੂੰ ਪਾ ਕੇ ਤੇ ਦੁੱਧ ਵੀ ਜ਼ਿਆਦਾ ਸਟਾਲੇ ਨਾਲ ਦਿੰਦੀ ਹੈ ਤੇ ਮੇਰਾ ਉਧਰ ਚੋਖਰ ਵੰਡੇ ਦਾ ਵੀ ਖਰਚਾ ਘੱਟ, ਇਸ ਵਾਸਤੇ ਮੇਰਾ ਦੁੱਗਣਾ ਨਫਾ ਹੈ। ਤੇ ਮੱਝਾਂ ਸੱਜਰੀਆਂ ਭਾਵੇ ਕੋਈ 6 ਮੱਝਾਂ ਸੱਜਰੀਆਂ ਪਾਏ, 2 ਮੱਝਾਂ ਉਹ ਖਾਂਗੜੀਆਂ ਪਾ ਲੈ। ਟਾਈਮ ਦਾ ਉਹ ਖਰਚਾ ਉਹ ਖਾਣ, ਦੂਸਰਾ ਟਾਈਮ ਦੇ ਉਹਦੀ ਬਚਤ ਦੇਵੇ ਤੇ ਮੱਝ ਦੀ ਕੀਮਤ ਡਾਊਨ ਹੋ ਜਾਏਗੀ, ਬੰਦੇ ਨੂੰ ਨੁਕਸਾਨ ਹੋ ਜਾਏਗਾ। ਇਸ ਵਾਸਤੇ ਝੋਟਾ ਵੀ ਉਹਦਾ ਰੱਖਣਾ ਜ਼ਰੂਰੀ। ਜੇ ਅਗਰ ਉਹ ਝੋਟਾ ਰੱਖਿਆ ਤੇ ਬਹੁਤੇ ਨਾ ਉਹਦੇ ਮੁਕੱਦਰ ਮਾੜੇ ਹੋਣ, ਨਹੀਂ ਤੇ ਮੱਝ ਉਹਨੂੰ ਫਾਇਦਾ ਹੀ ਦੇਵੇਗੀ। ਉਹ 2.5-3 ਤੱਕ ਵੀ ਵਿਕ ਸਕਦੀ ਅਗਰ ਉਹ ਤਿਆਰ ਕਰਕੇ ਵੇਚਦਾ। ਘਾਟੇ ਵਾਲਾ ਨੁਕਸਾਨ ਨਹੀਂ ਹੋ ਸਕਦਾ ਅਗਰ ਉਹ ਕਾਰੋਬਾਰ ਵੰਡ ਨਾ ਕਰੇ। ਕਿ ਬੜਾ ਵੀ ਮੱਝ ਖਰਚਾ ਖਾਈ ਜਾਏਗੀ ਤੇ ਉਹਦਾ 6 ਕਿਲੋ ਦੇ ਪੈਸੇ ਦਾ ਦੁੱਧ ਖਾਈਏ ਦੀ 6 ਕਿਲੋ ਦੁੱਧ ਦੇ ਜੇ ਉਹ ਪੈਸੇ ਲੈ ਜਿਹੜਾ ਵੇਚੇਗਾ ਨਾ ਉਹਦਾ ਉਹ ਰਾਸ਼ਨ ਖਾਈਏ ਦੀ ਆਪਣਾ ਵੱਡਾ ਪੱਠੇ ਤੇ 6 ਕਿਲੋ ਨੂੰ ਬਚਾਈਏ ਉਹਦੀ ਕੀਮਤ। ਇਹ 5-6 ਜਾਨਵਰ ਰੱਖੇ ਤੇ ਆਪਣੇ ਘਰ ਦਾ ਬਿਹਤਰੀਨ ਜਿਹੜਾ ਸਿਸਟਮ ਆਪਣਾ ਚਲਾ ਲੈਂਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम व्यूअर्स, मैं बिलाल नज़ीर, तुसी वेख रहे हो बिजनेस इन्फो चैनल। तमाम फार्मर ਭਰਾਵਾਂ ਨੂੰ ਔਰ ਕਿਸਾਨ ਭਰਾਵਾਂ ਨੂੰ ਖੁਸ਼ ਆਮਦੀਦ। ਅੱਜ ਦੀ ਵੀਡੀਓ ਇੱਕ ਫੌਜੀ ਰਿਟਾਇਰ ਦੇ ਨਾਲ ਅਸੀਂ ਬਣਾਉਣ ਜਾ ਰਹੇ ਹਾਂ ਔਰ ਇਹਨਾਂ ਦਾ ਕਹਿਣਾ ਜੀ ਮੈਂ 2 ਗੁਣਾ ਮੱਝਾਂ ਦੇ ਕਾਰੋਬਾਰ ਤੋਂ ਕਮਾ ਰਿਹਾ ਵਾਂ। ਕਿਸ ਤਰ੍ਹਾਂ ਕਮਾ ਰਹੇ ਨੇ ਆਓ ਜ਼ਰਾ ਇਹਨਾਂ ਨਾਲ ਗੱਲਬਾਤ ਕਰਨੇ ਆ। ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਔਰ ਫੇਸਬੁੱਕ ਦੇ ਦੋਸਤ फॉलो भी करें जी। अस्सलाम वालेकुम। वालेकुम सलाम जी। भाईजान क्या नाम है जी आपका, तारुफ करवा दें जरा अपना। मेरा नाम असमतुल्ला बाजू है। मैं आर्मी रिटायर हाँ ਤੇ ਮੁਕਾਬਰ ਪਿੰਡ ਦੇ ਰਹਿਣ ਵਾਲਾ। ठीक हो गया सर, कितनी देर तो तुसी जानवरां दे काम नूं चला रहे हो? ਮੈਂ ਤਕਰੀਬਨ ਸਰ ਕੋਈ 8-7 ਸਾਲ ਤੋਂ ਇਹ ਕਾਰੋਬਾਰ ਕਰਨਾ ਵਾ। ਮੱਝਾਂ ਰੱਖੀਆਂ ਹੋਈਆਂ 8-7 ਸਾਲ ਇਸ ਫੀਲਡ 'ਚ ਹੋ ਗਏ ਨੇ। ਇਸ ਤੋਂ ਪਹਿਲੇ ਕੀ ਕਰਦੇ ਹੋ? ਮੈਂ ਆਰਮੀ 'ਚ ਨੌਕਰੀ ਕਰਦਾ ਸਾਂ। 2008 'ਚ ਮੈਂ ਵਾਪਸ ਰਿਟਾਇਰ ਹੋ ਕੇ ਆਇਆ ਤੇ ਉਹਦੇ ਬਾਅਦ ਇਹ ਕਾਰੋਬਾਰ ਤੁਸੀਂ ਸ਼ੁਰੂ ਕੀਤਾ? ਜੀ ਇਹ ਕਾਰੋਬਾਰ ਸਰ ਇਸ ਕਾਰੋਬਾਰ ਨੂੰ ਤੁਸੀਂ ਕਿਸ ਤਰ੍ਹਾਂ ਦਾ ਪਾਇਆ? ਇਸ ਕਾਰੋਬਾਰ ਨੂੰ ਸਰ ਅੱਛਾ ਪਾਇਆ, ਲੇਕਿਨ ਇਹਦੀ ਵੰਡ ਕਰਨੀ ਪੈਂਦੀ ਹੈ ਕਿ ਮੱਝਾਂ ਜਿਹੜੀਆਂ ਨਾ ਜੇ ਅਸੀਂ ਕੋਈ 10 ਮੱਝਾਂ ਰੱਖਣੀਆਂ ਤਾਂ ਉਹਨਾਂ ਵਿੱਚ ਸਾਨੂੰ ਇੱਕ ਝੋਟਾ ਰੱਖਣਾ ਜ਼ਰੂਰੀ ਹੈ। ਕਿਉਂਕਿ ਮੱਝਾਂ ਜਿਵੇਂ ਪਤਾ ਨਹੀਂ ਲੱਗਦਾ, ਕਈਆਂ ਮੱਝਾਂ ਦਾ ਵੇਗ ਜਿਹੜਾ ਯਾਨੀ ਕਿ ਆਵਾਜ਼ ਨਹੀਂ ਦਿੰਦੀਆਂ, ਵੈਸੇ ਉਹ ਨਾੜੀਆਂ ਹੁੰਦੀਆਂ ਨੇ, ਲੇਕਿਨ ਝੋਟਾ ਫਿਰ ਉਹਦੀ ਨਿਸ਼ਾਨਦੇਹੀ ਕਰ ਦਿੰਦਾ ਕਿ ਮੱਝ ਨੂੰ ਹੁਣ ਉਹ ਬਣਨਾ ਹੈ ਤਾਂ ਕਿ ਮਾਲਕ ਉਹਨੂੰ ਟਾਈਮ ਨਾਲ ਝੋਟੇ ਦੇ ਨਾਲ ਯਾਨੀ ਕਿ ਕਰਾਸ ਕਰਾ ਸਕੇ। ਮੱਝ ਸੌਣ ਵਾਲੀ ਜ਼ਿਆਦਾ ਚਾਂਸ ਬਣ ਜਾਂਦੇ ਨੇ ਮੱਝ ਸੌਣ ਵਾਲੀ ਨਿਕਲਣ ਦੇ। ਸਹੀ ਹੈ, ਯਾਨੀ ਤੁਹਾਡਾ ਤਜਰਬਾ ਹੈ ਕਿ ਅਗਰ ਤੁਸੀਂ ਮੱਝਾਂ ਨੂੰ ਬਣਾਉਣਾ ਹੈ ਔਰ ਮੱਝਾਂ ਨੂੰ ਖਾਂਗੜੀਆਂ ਹੋਣ ਤੋਂ ਬਚਾਉਣਾ ਹੈ ਤੇ ਝੋਟਾ ਰੱਖਣਾ ਜ਼ਰੂਰੀ ਹੈ। ਲਾਜ਼ਮੀ। ਇਹ ਤੁਸੀਂ ਤਜਜ਼ੀਆ ਕੀਤਾ ਜੀ ਜੀ। ਅੱਛਾ, ਔਰ ਇਹ ਦੱਸਿਓ ਕਿ ਇੱਕ ਨੌਜਵਾਨ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ, ਜੀ ਜੀ ਕਿੰਨਿਆਂ ਡੰਗਰਾਂ ਤੋਂ ਸ਼ੁਰੂ ਕਰੇ ਘੱਟ ਤੋਂ ਘੱਟ ਔਰ ਕਿਹੜੀਆਂ ਮੱਝਾਂ ਲੇ? ਸਰ ਘੱਟ ਤੋਂ ਘੱਟ ਤਕਰੀਬਨ 6-7 ਮੱਝਾਂ ਤੋਂ ਕੰਮ ਸਟਾਰਟ ਕਰੇ ਤੇ ਮੱਝਾਂ ਸੱਜਰੀਆਂ ਭਾਵੇ ਕੋਈ 6 ਮੱਝਾਂ ਸੱਜਰੀਆਂ ਪਾਏ, 2 ਮੱਝਾਂ ਉਹ ਖਾਂਗੜੀਆਂ ਪਾ ਲੈ ਤਾਂ ਕਿ ਖਾਂਗੜੀ ਮੱਝ ਜਿਹੜੀ ਹੈ ਉਹ ਜਲਦੀ ਬਣਨ ਦਾ ਚਾਂਸ ਹੁੰਦਾ। ਦੁੱਧ ਥੋੜੇ ਨਾਲ ਵੀ ਗੁਜ਼ਾਰਾ ਕਰ ਲੈਂਦਾ ਕਿਉਂਕਿ ਉਹਨਾਂ ਦੇ ਨਾਲ ਹੀ ਉਹ ਪੱਠੇ ਛੱਠੇ ਨਾਲ ਗੁਜ਼ਾਰਾ ਕਰਕੇ ਤੇ ਤਾਂ ਕਿ ਉਹ ਵੀ ਨਿਕਲ ਆਉਂਦੀ ਸੌਣ ਵਾਲੀ। ਤੇ ਦੂਸਰੀਆਂ ਦਾ ਦੁੱਧ ਜਿਹੜਾ ਇੱਕ ਟਾਈਮ ਦਾ ਉਹ ਖਰਚਾ ਉਹ ਖਾਣ, ਦੂਸਰਾ ਟਾਈਮ ਦੇ ਉਹਦੀ ਬਚਤ ਦੇਵੇ ਤਾਂ ਕਿ ਉਹਦਾ ਘਰ ਦਾ ਨਿਜ਼ਾਮ ਵੀ ਬਿਹਤਰ ਚੱਲ ਜਾਵੇ ਔਰ ਉਹਨੂੰ ਬਚਤ ਵੀ ਹੋ ਜਾਵੇ। ਔਰ ਨਾਲ ਝੋਟਾ ਜਿਹੜਾ ਨਾਲ ਰੱਖੇ, ਉਹ ਝੋਟਾ ਚੋਂ ਹੀ ਕੋਈ 4-5 ਮਹੀਨਿਆਂ ਤੋਂ ਬਾਅਦ ਤਕਰੀਬਨ ਮੱਝਾਂ ਦੀ 2-3-4 ਮਹੀਨਿਆਂ ਤੋਂ ਬਾਅਦ ਨਾ ਮੱਝ ਜਿਹੜੀ ਇਹ ਜ਼ਰੂਰ ਬਣ ਜਾਂਦੀ ਹੈ। ਅਗਰ ਝੋਟਾ ਨਾ ਹੋਏ ਤਾਂ ਤੇ ਉਸ ਬੰਦੇ ਨੂੰ ਖਸਾਰਾ ਹੋਣ ਦਾ ਚਾਂਸ ਇਹ ਨੇ ਕਿ ਉਹ ਮੱਝ ਮੱਝ ਬੋਲੇਗੀ ਲੇਕਿਨ ਉਹਨੂੰ ਪਤਾ ਨਹੀਂ ਹੋਏਗਾ ਕਿਉਂਕਿ ਝੋਟਾ ਹੀ ਨਹੀਂ ਨਿਸ਼ਾਨਦੇਹੀ ਨਹੀਂ ਕਰੇਗਾ ਤੇ ਉਹਨੂੰ ਬੰਦੇ ਦਾ ਨੁਕਸਾਨ ਹੋ ਜਾਏਗਾ। ਮੱਝ ਖੰਗੜ ਹੋ ਜਾਏਗੀ ਤੇ ਮੱਝ ਦੀ ਕੀਮਤ ਡਾਊਨ ਹੋ ਜਾਏਗੀ, ਬੰਦੇ ਨੂੰ ਨੁਕਸਾਨ ਹੋ ਜਾਏਗਾ। ਇਸ ਵਾਸਤੇ ਝੋਟਾ ਵੀ ਉਹਦਾ ਰੱਖਣਾ ਜ਼ਰੂਰੀ ਹੈ। ਅੱਛਾ, ਮੈਂ ਜਰਾ ਇੱਥੇ ਤੁਹਾਡੇ ਕੋਲ ਵਾਜ਼ਾ ਕਰਾਉਣਾ ਚਾਹਾਂਗਾ ਕਿ ਫਰਜ਼ ਕਰੋ ਇੱਕ ਬੰਦੇ ਨੇ ਝੋਟਾ ਨਹੀਂ ਰੱਖਿਆ ਤੇ ਉਹਨੂੰ ਨੁਕਸਾਨ ਦਾ ਚਾਂਸ ਕਿਸ ਤਰ੍ਹਾਂ, ਜਰਾ ਕੀਮਤ ਦਾ ਹਿਸਾਬ ਲਾ ਕੇ ਦੱਸਿਓ ਜਿਸ ਤਰ੍ਹਾਂ ਪਹਿਲੇ ਸਾਨੂੰ ਦੱਸਿਆ। ਸਰ ਮੱਝ ਜਿਹੜੀ ਸੱਜਰੀ ਦੁੱਧ ਵਾਲੀ ਹੈ ਉਹ ਕਮ ਸੇ ਕਮ 2 ਲੱਖ ਰੁਪਏ ਦੀ ਖਰੀਦੀ ਜਾਂਦੀ ਹੈ। ਅਗਰ ਉਹ ਝੋਟਾ ਨਹੀਂ ਰੱਖਦਾ 6 ਮਹੀਨੇ ਤੱਕ ਤੇ ਉਹ ਅੱਛਾ ਖਾਸਾ ਦੁੱਧ ਦੇਵੇਗੀ, ਲੇਕਿਨ 6 ਮਹੀਨੇ ਤੋਂ ਬਾਅਦ ਆਲਰੇਡੀ ਮੱਝ ਜਿਹੜੀ 10 ਕਿਲੋ ਦਿੰਦੀ ਹੈ 5-6 ਕਿਲੋ ਤੇ ਆ ਜਾਏਗੀ। 5-6 ਕਿਲੋ ਦਾ ਉਹ ਖਰਚਾ ਖਾ ਜਾਏਗੀ, ਮਾਲਕ ਨੂੰ ਨੁਕਸਾਨ ਵਾਲੀ ਸਾਈਡ ਤੇ ਲੈ ਜਾਏਗੀ। ਔਰ ਜਿਉਂ ਹੀ ਉਹ ਅਗਲੇ 2-3 ਮਹੀਨੇ ਉਹ ਜਾਵੇਗੀ ਤੇ ਦੁੱਧ ਵੀ ਨਸ ਜਾਵੇਗੀ। ਤੇ ਅਗਰ ਉਹ 2 ਲੱਖ ਦੀ ਹੈ ਤਾਂ ਮੱਝ ਰਹਿ ਜਾਏਗੀ ਪਿੱਛੇ ਲੱਖ ਦੀ, 1,10,000 ਦੀ, 90-95 ਦੀ। ਯਾਨੀ ਕਿ ਜੇ ਅਗਰ ਉਹਨੂੰ ਉਧਰੋਂ ਕੋਈ ਲੱਖ ਬਚਿਆ ਤਾਂ ਉਧਰੋਂ ਲੱਖ ਮੱਝ ਉਹਦਾ ਤੋੜ ਗਈ ਹੈ ਜੇ ਝੋਟਾ ਨਹੀਂ ਰੱਖਿਆ ਤੇ ਜੇ ਅਗਰ ਉਹਨੇ ਝੋਟਾ ਰੱਖਿਆ ਤੇ ਬਹੁਤੇ ਨਾ ਉਹਦੇ ਮੁਕੱਦਰ ਮਾੜੇ ਹੋਣ,
ਨਹੀਂ ਤੇ ਮੱਝ ਉਹਨੂੰ ਫਾਇਦਾ ਹੀ ਦੇਵੇਗੀ। ਦੁੱਧ ਦਾ ਬੱਚਤ ਹੈ ਜਿਹਦੀ ਅੱਗੋਂ ਫਿਰ ਮੱਝ ਆਪਣੀ ਕੀਮਤ ਬਰਕਰਾਰ ਰੱਖੇਗੀ, ਬਲਕਿ ਵੱਧ ਜੇਦੀ। ਅਗਰ ਉਹਨੇ 2 ਦੀ ਲਈਏ ਤੇ ਉਹ 2.5-3 ਤੱਕ ਵੀ ਵਿਕ ਸਕਦੀ ਹੈ ਅਗਰ ਉਹ ਤਿਆਰ ਕਰਕੇ ਵੇਚਦਾ। ਘਾਟੇ ਵਾਲਾ ਨੁਕਸਾਨ ਨਹੀਂ ਹੋ ਸਕਦਾ ਅਗਰ ਉਹ ਕਾਰੋਬਾਰ ਵੰਡ ਨਾ ਕਰੇ। ਠੀਕ ਹੋ ਗਿਆ। ਤੇ ਜਦੋਂ ਸ਼ਾਮ 6 ਮਹੀਨੇ ਪਹਿਲੇ 6 ਮਹੀਨੇ ਨੇ ਉਦੋਂ ਮੁਨਾਫੇ ਦੀ ਕੀ ਰੇਸ਼ੋ ਹੈ ਉਹਦੇ ਚੋਂ? ਉਦੋਂ ਦੀ ਮੁਨਾਫੇ ਦੀ ਰੇਸ਼ੋ ਹੈ ਕਿ ਅਗਰ ਉਹ 2 ਦੀ ਉਹਨੇ ਲਈ ਹੈ, ਦੁੱਧ 10 ਸਿਰ ਦਿੰਦੀ ਹੈ, ਵੀ 10-12 ਕਿਲੋ ਦੁੱਧ ਦਿੰਦੀ ਹੈ, ਤੇ ਵੇਚਣੇ ਵਿੱਚ ਆਂਦਾ ਤੇ ਰੁਪਈਆ 10-15 ਹਜ਼ਾਰ ਨੂੰ ਆਮ ਵਪਾਰੀ ਦੇ ਤੌਰ ਤੇ ਵੀ ਵੱਧ ਵੀ ਵੇਚ ਸਕਦੇ, ਚਾਂਸ ਜ਼ਿਆਦਾ ਨੇ ਉਹਨੂੰ ਮੁਨਾਫਾ ਵੀ ਹੋ ਸਕਦਾ ਅਗਰ ਵੇਚ ਵੀ ਦਿੰਦਾ ਤੇ। 10-12 ਕਿਲੋ ਚੋਂ ਖਰਚਾ ਕੱਢ ਕੇ ਉਹਨੂੰ ਕਿੰਨੇ ਕਿਲੋ ਦਾ ਦੁੱਧ ਬਚ ਜਾਂਦਾ ਹੈ? ਉਹਨੂੰ ਮੋਟਾ ਇਹ ਹੀ ਹੈ ਕਿ ਬੜਾ ਵੀ ਮੱਝ ਖਰਚਾ ਖਾ ਜਾਏਗੀ ਤੇ ਉਹਦਾ 6 ਕਿਲੋ ਦੇ ਪੈਸੇ ਦਾ ਦੁੱਧ ਖਾਈਏ ਦੀ 6 ਕਿਲੋ ਦੁੱਧ ਦੇ ਜੇ ਉਹ ਪੈਸੇ ਲੈ ਜਿਹੜਾ ਵੇਚੇਗਾ ਨਾ ਉਹਦਾ ਰਾਸ਼ਨ ਖਾਈਏ ਦੀ ਆਪਣਾ ਵੱਡਾ ਪੱਠੇ ਤੇ 6 ਕਿਲੋ ਨੂੰ ਬੱਚਾ ਜੇ ਉਹਦੀ ਕੀਮਤ ਤੁਸੀਂ ਕੱਢ ਲਵੋ 500-600 ਨੂੰ ਦਿਹਾੜੀ ਦਾ ਬੱਚਾ ਜਿਹਦੀ ਮੱਝ। ਸਹੀ ਹੋ ਗਿਆ। ਅੱਛਾ, ਹੁਣ ਇੱਕ ਨੌਜਵਾਨ ਅਗਰ ਕਾਰੋਬਾਰ ਕਰਨਾ ਚਾਹੁੰਦਾ ਹੈ, ਕੋਈ ਵੀ ਬੰਦਾ ਨਵਾਂ, ਜੀ ਕਿੰਨੇ ਜਾਨਵਰ ਰੱਖੇ ਤੇ ਉਹ ਘਰ ਦਾ ਸਰਕਟ ਚਲਾ ਸਕਦਾ ਹੈ? ਇਹ 5-6 ਜਾਨਵਰ ਰੱਖੇ ਤੇ ਆਪਣੇ ਘਰ ਦਾ ਬਿਹਤਰੀਨ ਜਿਹੜਾ ਸਿਸਟਮ ਆਪਣਾ ਚਲਾ ਲੈਂਦਾ। ਸਹੀ ਹੈ। ਤੁਹਾਡੇ ਕੋਲ ਮਾਸ਼ਾਅੱਲਾ ਇਸ ਟਾਈਮ ਕਿੰਨੇ ਡੰਗਰ ਨੇ ਟੋਟਲ? ਮੇਰੇ ਕੋਲ ਇਸ ਟਾਈਮ 15-16 ਡੰਗਰ ਨੇ। ਮੈਂ 4-5 ਤੋਂ ਸਟਾਰਟ ਕੀਤਾ ਸੀ ਤੇ 15-16 ਡੰਗਰ ਨੇ ਮੇਰੇ ਕੋਲ, ਛੋਟੇ ਵੱਡੇ। ਠੀਕ ਹੈ। ਤੁਹਾਡਾ ਇੱਕ ਮੱਝ ਦਾ ਡੇਲੀ ਬੇਸ ਤੇ ਕਿੰਨਾ ਖਰਚ ਆ ਰਿਹਾ? ਮੇਰੀ ਇੱਕ ਮੱਝ ਦਾ ਕਮ ਸੇ ਕਮ 300 ਤੋਂ 350 ਰੁਪਇਆ ਖਰਚਾ ਆ ਜਾਂਦਾ, ਕਿਉਂਕਿ ਪੱਠੇ ਛੱਠੇ ਵੀ ਅੱਜ ਕੱਲ੍ਹ ਮਹਿੰਗੇ ਨੇ ਜੀ, ਤੇ ਭੰਡੇ ਛੱਡੇ ਨਾਲ ਗੁਜ਼ਾਰਾ ਕਰਨੇ ਆ। ਤੂੜੀ ਵੀ ਮਹਿੰਗੀ ਹੈ, ਤੇ ਜਿਉਂ ਹੀ ਅਗਲੇ ਦਿਨ ਹੁੰਦੇ ਨੇ ਸਟਾਲਾ ਥੋੜਾ ਸਸਤਾ ਹੋ ਜਾਂਦਾ, ਆਮ ਪੱਠਾ ਹੋ ਜਾਂਦਾ, ਤੇ ਫਿਰ ਉਹਦੇ ਵਿੱਚ ਚਾਂਸ ਜਿਹੜਾ ਪੱਠਾ ਸਸਤਾ ਹੋ ਜਾਂਦਾ ਤੇ ਇਹਦਾ ਖਰਚਾ ਘਟ ਜਾਂਦਾ। 3-3.5 ਮੈਕਸਿਮਮ 400 ਰੁਪਇਆ ਲਗਾ ਕੇ ਇੱਕ ਮੱਝ ਤੋਂ ਤੁਸੀਂ ਕੀ ਲੈ ਰਹੇ ਹੋ? 1000 ਰੁਪਇਆ ਲੈ। 1000 ਮੁਨਾਫਾ ਲੈ ਰਹੇ ਹੋ? ਜੀ ਜੀ ਇਹਦਾ ਮਤਲਬ ਹੈ ਕਿ ਤੁਸੀਂ ਇਸ ਟਾਈਮ ਇੱਕ ਮੱਝ ਤੋਂ 2 ਗੁਣਾ ਮੁਨਾਫਾ ਲੈ ਰਹੇ ਹੋ। ਜੀ ਜੀ ਸਰ, ਇੱਕ ਮੱਝ ਤੋਂ 2 ਗੁਣਾ ਮੁਨਾਫਾ ਲੈਣ ਦਾ ਕੀ ਗੁਰ ਹੈ? ਯਾਨੀ ਤੁਹਾਡੀਆਂ ਮੱਝਾਂ ਅੱਛੀਆਂ ਨੇ, ਜਾਂ ਤੁਸੀਂ ਝੋਟਾ ਵੀ ਵਿੱਚ ਰੱਖਿਆ ਹੈ, ਜਾਂ ਤੁਹਾਡੀਆਂ ਮੱਝਾਂ ਤੁਸੀਂ ਅੱਛੇ ਪੱਠੇ ਪਾਉਂਦੇ ਹੋ ਪਏ? ਕਿਸ ਤਰ੍ਹਾਂ ਤੁਸੀਂ 2 ਗੁਣਾ ਮੁਨਾਫਾ ਲੈਂਦੇ ਹੋ? ਕਿਉਂਕਿ ਅਕਸਰ ਲੋਕ ਕਹਿੰਦੇ ਨੇ ਕਿ ਇਹਦਾ ਮੁਨਾਫਾ ਅੱਧ-ਵੱਧ ਹੈ, ਤੁਸੀਂ ਮਾਸ਼ਾਅੱਲਾ 2 ਜਿਹੜਾ ਗੁਣਾ ਕਿਸ ਤਰ੍ਹਾਂ ਲੈ ਰਹੇ ਹੋ? ਸਰ 2 ਗੁਣਾ ਮੇਰੇ ਕੋਲ ਮੈਂ ਸਟਾਲਾ ਲੈ ਲਿਆ, ਕੋਈ ਮੁੱਲ ਟਾਈਮ ਨਾਲ, ਕੁਝ ਆਪਣਾ ਬੀਜਿਆ ਤੇ ਕੁਝ ਮੈਂ ਮੁੱਲ ਲੈ ਲਿਆ ਟਾਈਮ ਨਾਲ। ਉਹਨਾਂ ਨੂੰ ਮੈਂ ਹਰਾ ਪਾ ਰਿਹਾ। ਉਹਨਾਂ ਲੋਕਾਂ ਨੂੰ ਮੈਂ ਸਟਾਲਾ ਟਾਈਮ ਨਾਲ ਸੁਪਰੀ ਲਾਈ ਹੋਈ ਸੀ, ਤੇ ਮੈਂ ਟਾਈਮ ਦੇ ਨਾਲ ਵੱਢ ਕੇ ਤੇ ਸਟਾਲਾ ਬੀਜ ਲਿਆ ਸੀ। ਮੇਰਾ ਸਟਾਲਾ ਹੋ ਗਿਆ ਟਾਈਮ ਨਾਲ, ਤੇ ਲੋਕੀ ਚੋਖਰ ਦੇ ਵੰਡਾ ਪਾਉਂਦੇ ਨੇ, ਤੇ ਮੈਂ ਜ਼ਿਆਦਾ ਸਟਾਲੇ ਨੂੰ ਪਾ ਕੇ ਤੇ ਦੁੱਧ ਵੀ ਜ਼ਿਆਦਾ ਸਟਾਲੇ ਨਾਲ ਦਿੰਦੀ ਹੈ, ਤੇ ਮੇਰਾ ਉਧਰ ਚੋਖਰ ਵੰਡੇ ਦਾ ਵੀ ਖਰਚਾ ਘੱਟ, ਇਸ ਵਾਸਤੇ ਮੇਰਾ 2 ਗੁਣਾ ਨਫਾ ਹੈ। ਮਾਸ਼ਾਅੱਲਾ। ਅੱਛਾ ਸਰ, ਕਿਹੜੀ ਨਸਲ ਦੀਆਂ ਮੱਝਾਂ ਲਈਏ ਔਰ ਕਿੱਥੋਂ ਲਈਏ? ਸਰ ਸਾਡੇ ਇਲਾਕੇ ਦੀਆਂ ਜਿਹੜੀਆਂ ਮੱਝਾਂ ਨੇ ਨਾ, ਇਹ ਕੋਈ ਦੇਸੀ ਟਾਈਪ ਹੁੰਦੀਆਂ ਨੇ। 6 ਮਹੀਨੇ ਤੋਂ ਬਾਅਦ, ਸਾਲ ਨਹੀਂ ਦੁੱਧ ਦਿੰਦੀਆਂ, 6-7 ਮਹੀਨੇ ਤੋਂ ਬਾਅਦ ਇਹ ਨਸ ਜਾਂਦੀਆਂ ਨੇ। ਤੇ ਸਾਹੀਵਾਲ ਚੀਚਾ ਵਤਨ ਦੀਆਂ ਨਸਲੀ ਮੱਝਾਂ ਜਿਹੜੀਆਂ ਨਾ, ਉਹ ਲਾਂਗ ਟਰਮ ਦੁੱਧ ਸਾਲ ਤਕਰੀਬਨ ਦੁੱਧ ਦਿੰਦੀਆਂ ਨੇ। ਬੰਦੇ ਨੂੰ ਲਾਸ ਨਹੀਂ ਹੁੰਦਾ, ਆਪਣਾ ਖਰਚਾ ਪੀਆ ਚਲਾਉਂਦੀਆਂ ਨੇ, ਬੰਦੇ ਨੂੰ ਕੋਈ ਦੇ ਨਹੀਂ। ਸਰ ਤੁਸੀਂ ਬੜੀ ਮੁਫੀਦ ਲਈ ਇੱਕ ਕੀਤੀ ਹੈ, ਔਰ ਨਿਚੋੜ ਕੱਢ ਛੜਿਆ ਕਿ ਅਗਰ ਕਾਮਯਾਬ ਹੋਣਾ ਤਾਂ ਕਿਸ ਤਰ੍ਹਾਂ ਨਾਕਾਮੀ ਦਾ ਵੀ ਸਬਬ ਦਾ ਛੜਿਆ। ਅੱਛੀ ਨਸਲ ਦੀਆਂ ਮੱਝਾਂ ਉਧਰ ਮਿਲ। ਤੁਸੀਂ ਕੋਈ ਇਹਨਾਂ ਦੀ ਪਹਿਚਾਣ ਦੱਸ ਸਕਦੇ ਹੋ ਕਿ ਮੱਝਾਂ ਖਰੀਦਣ ਲੱਗਿਆਂ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਨੁਕਸਾਨ ਤੋਂ ਬਚਿਆ ਜਾਏ? ਸਰ ਮੱਝਾਂ ਕਿੱਥੇ ਵਾ ਬਿਲਕੁਲ ਐਵੇਂ ਸਾਹੀਵਾਲ ਚੀਚਾ ਵਤਨੀ ਦੀਆਂ ਨੇ, ਇਹਨਾਂ ਦਾ ਕੱਦ ਬੁੱਤ, ਉਹਨਾਂ ਦੇ ਥੱਲੇ ਚੱਡਾ ਛੱਡਾ ਵੇਖਣਾ ਪੈਂਦਾ ਹੈ ਕਿ ਮੱਝ ਦਾ ਨਸਲ ਨਜ਼ਰ ਆ ਜਾਂਦੀ ਹੈ। ਜਿਹੜਾ ਬੰਦਾ ਰੱਖਣ ਵਾਲਾ ਬੰਦਾ ਹੈ, ਉਹ ਨਾਲ ਬੰਦਾ ਕਾਰੀਗਰ ਲੈ ਜਾਂਦਾ, ਨਵਾਂ ਬੰਦਾ ਹੈ। ਬੜੇ ਬੰਦੇ ਨੇ ਸਾਡੇ ਇਲਾਕੇ ਵਿੱਚ ਕਿ ਸਿਆਣੇ ਬੰਦੇ ਨੂੰ ਨਾਲ ਲੈ ਜਾਂਦਾ, ਤੇ ਅੱਛੀ ਨਸਲ ਦੀਆਂ ਮੱਝਾਂ ਸਾਹੀਵਾਲ ਚੀਚਾ ਵਤਨ ਤਕਰੀਬਨ ਜ਼ਿਆਦਾ ਲਾਂਗ ਟਰਮ ਦੁੱਧ ਦੇ ਜਾਂਦੀਆਂ, ਸਾਲ ਤਕਰੀਬਨ ਦੁੱਧ ਦੇ। ਠੀਕ ਹੋ ਗਿਆ। ਪੱਠੇ ਕਿੰਨੇ ਬੀਜਦੇ ਹੋ ਤੁਸੀਂ 5 ਮੱਝਾਂ ਵਾਸਤੇ? 5 ਮੱਝਾਂ ਵਾਸਤੇ ਕਮ ਸੇ ਕਮ ਸਰ 5 ਕਿੱਲੇ ਜਿਹੜੇ ਨਾ ਪੱਠੇ ਬੀਜ ਛੱਡਨੇ। ਸਹੀ ਹੈ। ਜਗ੍ਹਾ ਆਪਣੀ ਜਾਂ ਜਗ੍ਹਾ ਆਪਣੀ ਨਾ ਹੋਏ ਉਹਦੇ 'ਚ ਕੀ ਫਾਇਦਾ ਕੀ ਨੁਕਸਾਨ ਹੈ? ਸਰ ਜਗ੍ਹਾ ਆਪਣੀ ਨਾ ਹੋਏ ਤੇ ਉਹਦੇ ਵਿੱਚ ਫਿਰ ਇਹ ਵੀ ਕਿ ਥੋੜੇ ਪੱਠੇ ਮਹਿੰਗੇ ਪੈ ਜਾਂਦੇ ਨੇ, ਮੁੱਲ ਲੈਣੇ ਪੈਂਦੇ ਨੇ। ਜ਼ਿਆਦਾ ਸਿਆਣੇ ਲੋਕ ਪੈਲੀ ਠੇਕੇ ਤੇ ਲੈ ਲੈਂਦੇ ਨੇ ਪੱਠਿਆਂ ਵਾਲੀ, ਉਹਦੇ ਵਿੱਚ ਉਹ ਠੇਕਾ ਥੋੜਾ ਹੁੰਦਾ ਹੈ, ਉਹਦੇ ਵਿੱਚ ਫਸਲ ਬੀਜ ਪੱਠੇ ਬੀਜ ਲੈਂਦਾ, ਸਟਾਲਾ ਵੀ ਬੀਜ ਲੈਂਦਾ, ਚਰੀ ਜਵਾਰ ਵੀ ਬੀਜ ਲੈਂਦਾ, ਹਰ ਕਿਸਮ ਦੇ ਉਹ ਪੱਠੇ ਲੈ ਲੈਂਦਾ। ਤੋਂ ਠੇਕੇ ਵਿੱਚ ਉਹਨੂੰ ਮਜ਼ੀਦ ਠੇਕੇ ਤੇ ਆਮ ਲੋਕ ਪੈਸੇ ਪੈਲੀ ਤੇ ਛੱਡਦੇ ਨੇ। ਸਹੀ ਹੈ। ਸਰ ਇਸ ਤੋਂ ਇਲਾਵਾ ਦੁੱਧ ਤੋਂ ਇਲਾਵਾ ਤੁਸੀਂ ਕੱਟਿਆਂ ਦਾ ਕਾਰੋਬਾਰ ਵੀ ਕਰਦੇ ਹੋ, ਉਹਨਾਂ ਨੂੰ ਵੀ ਵੇਚਦੇ ਹੋ? ਜੀ ਉਹਨਾਂ ਦੇ ਜਾ ਹੀ ਕੋਸ਼ਿਸ਼ ਕਰਨਾ ਹੈ ਕਿ ਵੇਚਦੇ ਨੇ, ਨਾਲ ਹੀ ਤਿਆਰ ਹੋ ਜਾਂਦੇ ਨੇ। ਉਹਨਾਂ ਦਾ ਵੀ ਮਜ਼ੀਦ ਬਿਹਤਰ ਫਾਇਦਾ ਹੈ ਕਿ ਇੱਕ ਜਾ ਜਿਹੜਾ ਸਾਲ 2 ਸਾਲਾਂ ਵਿੱਚ ਉਹ ਵੀ ਸਾਨੂੰ 40-50 ਹਜ਼ਾਰ ਰੁਪਏ ਦਾ ਹੋ ਜਾਂਦਾ ਸੀ, ਉਹ ਵੀ ਉਹਦਾ ਮਜ਼ੀਦ ਫਾਇਦਾ ਲੈ ਲੈਂਦੇ ਆ। ਕੱਟੀਆਂ ਰੱਖ ਲੈਂਦੇ ਹੋ ਔਰ ਕੱਟੇ ਵੇਚ ਛੱਡਦੇ ਹੋ? ਕੱਟੇ ਵੇਚ ਛੱਡਦੇ ਆ। ਕਿੰਨੇ ਉਮਰ ਦਾ ਕਰਕੇ ਵੇਚਦੇ ਹੋ? 2 ਸਾਲ 2.5 ਸਾਲ ਦਾ ਜਿਹੜਾ ਕੱਟਾ ਨਾ, ਉਹ 60-70 ਹਜ਼ਾਰ ਰੁਪਏ ਦਾ ਕਸਾਈ ਲੈ ਜਾਂਦੇ ਆ।
ਬਿਲਕੁਲ ਖੁਸ਼ੀ ਨਾਲ। ਤੇ ਸਾਨੂੰ ਮੱਝਾਂ ਦਾ ਉਹਦੇ ਵਿੱਚੋਂ ਲੈਸ ਕਰ ਲਈਦਾ ਕਿ ਸਾਨੂੰ ਮੱਝ ਹੋਈ ਪੈ ਜਾਂਦੀ ਤਕਰੀਬਨ। ਯਾਨੀ ਕੀ ਵਜ੍ਹਾ ਕਿ ਪਹਿਲੇ ਨਹੀਂ ਵੇਚਦੇ? ਸਰ ਉਹ ਸਾਡੇ ਕੋਲ ਪੱਠੇ ਹੁੰਦੇ ਨੇ, ਉਹਦੇ ਵਿੱਚ ਹੀ ਉਹ ਖਾਂਦੇ ਪੀਂਦੇ ਰਹਿੰਦੇ ਨੇ, ਸਾਨੂੰ ਉਹਦੀ ਪ੍ਰੋਫਿਟ ਹੁੰਦੀ ਹੈ ਕਿ ਮਹਿਸੂਸ ਨਹੀਂ ਹੁੰਦਾ। ਯਾਨੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਅਗਰ ਕੱਟਾ ਜ਼ਿਆਦਾ ਵੱਡਾ ਕਰਕੇ ਵੇਚੀਏ ਤੇ ਜ਼ਿਆਦਾ ਮੁਨਾਫਾ ਲਿਆ ਜ਼ਿਆਦਾ ਜਾ ਉਹਦਾ ਸਕਦਾ? ਵਜ਼ਨ ਹੋ ਜਾਂਦਾ, ਕਸਾਈ ਉਹਦਾ ਅੱਛਾ ਰੇਟ ਲਾ ਦਿੰਦਾ, ਅੱਛੇ ਪੈਸੇ ਮਿਲ ਜਾਂਦੇ। ਸਹੀ ਹੋ ਗਿਆ ਸਰ। ਬਹੁਤ ਸਾਰੀ ਅਹਿਮ ਮਾਲੂਮਾਤ ਤੁਸੀਂ ਦਿੱਤੀ ਹੈ। ਇਸ ਕਾਰੋਬਾਰ ਨੂੰ ਤੁਸੀਂ ਕਿਸ ਤਰ੍ਹਾਂ ਦਾ ਪਾਉਂਦੇ ਹੋ? ਬਹੁਤ ਅੱਛਾ, ਐਵਰੇਜ ਜਾਂ ਕਿ ਲੋ? ਨਹੀਂ ਬਹੁਤ ਅੱਛੀ ਐਵਰੇਜ ਇਹਦੀ, ਮਿਹਨਤ ਤੇ ਬੰਦਾ ਕਰੇ ਤੇ ਬਹੁਤ ਅੱਛੀ ਇਹਦੇ ਚ ਐਵਰੇਜ। ਉਹ ਵਾਲੀਆਂ ਗੱਲਾਂ ਜਿਹੜੀਆਂ ਇੱਕ ਨਵੇਂ ਫਾਰਮਰ ਨੂੰ ਮਾਲੂਮ ਹੋਣੀ ਚਾਹੀਦੀਆਂ ਤੁਸੀਂ ਦੱਸ ਛੜੀਆਂ ਨੇ, ਲੇਕਿਨ ਕੋਈ ਖਾਸ ਗੱਲ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਮੈਂ ਪੁੱਛਣਾ ਚਾਹਾਂਗਾ, ਉਹ ਸੀ ਹਰੂਨ, ਇਹ ਤੁਹਾਡੇ ਲਾਗੇ ਹੀ ਸੀ, ਉਹ ਬਾਹਰੋਂ ਆ ਕੇ ਉਹਨੇ ਕਾਰੋਬਾਰ ਸ਼ੁਰੂ ਕੀਤਾ। ਹੁਣ ਤੁਹਾਡੇ ਕੋਲ ਹੀ ਪਤਾ ਚੱਲ ਰਿਹਾ ਸੀ ਕਿ ਉਹ ਕਾਰੋਬਾਰ ਛੱਡ ਕੇ ਦੁਬਾਰਾ ਬਾਹਰ ਵਾਪਸ ਚੱਲ ਜਾਣ ਦਾ ਪ੍ਰੋਗਰਾਮ ਕਰਦਾ ਪਿਆ। ਉਹਨਾਂ ਲੋਕਾਂ ਨੂੰ ਕਿਹੜੀ ਚੀਜ਼ ਮਾਰ ਦਿੰਦੀ ਹੈ ਕਿ ਉਹ ਉਹਨਾਂ ਨੂੰ ਸਮਝ ਕੀ ਨਹੀਂ ਆਉਂਦੀ, ਕਿਹੜੀ ਖਾਮੀ ਛੱਡ ਦੇਣ ਜਿਹਦੀ ਵਜ੍ਹਾ ਤੋਂ ਉਹਨੂੰ ਘਾਟਾ ਪੈ ਜਾਂਦਾ? ਸਰ ਉਹ ਨਨ ਤਜਰਬਾਕਾਰ ਹੁੰਦੇ ਨੇ, ਉਹਨਾਂ ਇੱਕ ਲਾਈਫ ਗੁਜ਼ਾਰੀ ਹੁੰਦੀ ਹੈ ਸਾਰੀ ਉਮਰ ਬਾਹਰ। ਇੱਥੇ ਦਾ ਇਸ ਜ਼ਿਮੀਂਦਾਰੇ ਦਾ ਜਾਂ ਮੱਝਾਂ ਦੇ ਫੀਲਡ ਨੂੰ ਜਾਣਦੇ ਨਹੀਂ ਹੁੰਦੇ। ਇਸ ਵਾਸਤੇ ਮੱਝਾਂ ਦੀ ਇੰਨੀ ਉਹ ਖਿਦਮਤ ਖੁਦ ਸਿਰ ਤੇ ਰਹਿ ਕੇ ਮਾਲਕਾਂ ਮੁਲਾਜ਼ਮਾਂ ਕੋਲ ਕਰਵਾ ਨਹੀਂ ਸਕਦੇ, ਕਿਉਂਕਿ ਉਹ ਆਜ਼ਾਦ ਖਿਆਲ ਲੋਕ ਹੁੰਦੇ ਨੇ। ਪੈਸੇ ਦੇ ਨਾਲ, ਸਿਰਫ ਪੈਸੇ ਨਾਲ ਨਹੀਂ, ਇਹਨਾਂ ਦਾ ਧਿਆਨ ਰੱਖਣਾ ਪੈਂਦਾ, ਮੁਲਾਜ਼ਮ ਦੇ ਨਾਲ ਖਿਆਲ ਰੱਖਣਾ ਪੈਂਦਾ, ਪਾਣੀ ਦਾ, ਪੱਠੇ ਦਾ, ਸਾਰਾ ਸਿਸਟਮ। ਤੋ ਉਹਨੇ ਸਾਰੀ ਜ਼ਿੰਦਗੀ ਗੁਜ਼ਾਰੀ ਸੀ ਚੌਧਰੀ ਹਰੂਨ ਨੇ ਬਾਹਰ। ਉਹਨੇ ਸਿਰਫ ਪੈਸਾ ਇਨਵੈਸਟਮੈਂਟ ਕੀਤਾ ਸੀ, ਮਾਲ ਵੱਲ ਤਵੱਜੋ ਨਹੀਂ ਮੁਲਾਜ਼ਮਾਂ ਦੇ ਨਾਲ ਦੇ ਸਕਿਆ। ਲੇਕਿਨ ਇਹ ਮੁਲਾਜ਼ਮ ਦੇ ਨਾਲ ਰਹਿਣਾ ਵੀ ਜ਼ਰੂਰੀ ਹੈ, ਮਾਲਕ ਦਾ ਵੀ ਖਿਆਲ। ਯਾਨੀ ਨਿਚੋੜ ਹੈ ਵੇ ਕਿ ਮਾਲਕ ਨੂੰ ਕੰਮ ਦੇ ਵਿੱਚ ਖੁਦ ਵੀ ਇਨਵੋਲਵ ਹੋਣਾ ਪੈਂਦਾ ਹੈ। ਜੀ ਸਿਰਫ ਪੈਸਾ ਲਾ ਕੇ ਪੈਸੇ ਦੀ ਖੇਡ ਨਹੀਂ, ਇਹ ਜ਼ਿੰਦਾ ਜਾਨ ਹੈ। ਇਹਦੇ ਨਾਲ ਮਾਲਕ ਦੀ ਜਿਹੜੀ ਦਿਲੀ ਐਫੀਲੀਏਸ਼ਨ ਹੈ ਉਹ ਮੁਲਾਜ਼ਮਾਂ ਦੀ ਨਹੀਂ ਹੁੰਦੀ, ਤੇ ਮਾਲਕ ਖੁਦ ਵਿੱਚ ਆਏਗਾ ਤੇ ਫੇਰ ਕੁਝ ਪਾਏਗਾ। ਅਗਰ ਸਿਰਫ ਪੈਸੇ ਦੇ ਜ਼ੋਰ ਤੇ ਕਰਨਾ ਚਾਹੇ ਤੇ ਫੇਰ ਕੁਝ ਨਹੀਂ ਪਾਏਗਾ, ਫਿਰ ਮਾਯੂਸ ਹੋਏਗਾ, ਫਿਰ ਲਾਸਟ ਚਲਾ ਜਾਏਗਾ। ਜ਼ਿੰਦਾਬਾਦ ਸਰ, ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਅੱਛਾ ਲੱਗਾ। अस्सलाम वालेकुम। वालेकुम अस्सलाम। ਅੱਛਾ ਸਰ, ਅਗਰ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੇ, ਮਸ਼ਵਰਾ ਲੈਣਾ ਚਾਹੇ ਤੇ ਆਪਣਾ ਨੰਬਰ ਸ਼ੇਅਰ ਕਰ ਦਿਓ ਜੀ। ਲਿਖ ਲਓ ਨੰਬਰ ਸਰ, 0306 0306 8414 8414 667। 667। ਬਹੁਤ ਸ਼ੁਕਰੀਆ।